ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾਈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਤੁਹਾਡੇ ਆਗੇ ਅਰਦਾਸ ਮਾਰੀ, ਜਿਉ ਪਿੰਡ ਸਭ ਤੇਰਾ, ਕੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੇ ਮੇਰਾ। ਆਦਿ ਕਾਜੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾय। ਅਜਨ ਹਰ ਗੋਬਿੰਦ ਨੂੰ ਸਿਮਰਨ ਸ੍ਰੀ ਆਲਾਏ। ਸ੍ਰੀ ਅਰਜਨ ਤੇ ਆਈਏ, ਜੇ ਜਿੱਥੇ ਸਭ ਦੁਖ ਜਾਏ। ਸ਼੍ਰੀ ਗੁਰੂ ਤੇਗ ਬਹਾਦਰ ਸਿਮਰਿਏ, ਕਰਨੋਂ ਨਿਦਾਵੇ ਤਾਏ। ਦਸਮ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਸਹਾय। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੀ ਪਿੱਤਰ ਬਾਣੀ ਕੀ ਮਹਿਮਾ ਕਹੀ न ਜਾਏ। ਧੰਨ ਧੰਨ ਸਤਿਗੁਰੂ ਬਾਲਕ ਸਿੰਘ ਸਾਹਿਬ ਸਿਮਰਿਏ, ਜਿਨ੍ਹਾਂ ਧਰਮ ਦਾ ਮਾਰਗ ਦਿਆ ਬਤਾਏ। ਧੰਨ ਧੰਨ ਸਤਿਗੁਰੂ ਸੰਗਤਾ ਜੀ, ਧੰਨ ਧੰਨ ਸਤਿਗੁਰੂ ਰਾਮ ਸਿੰਘ ਜੀ, ਜਿਨ੍ਹਾਂ ਨਾਮ ਦਿਆ ਬਤਾਏ। ਧੰਨ ਧੰਨ ਸਤਿਗੁਰੂ ਨਰੈਣ ਦਾਸ ਸਾਹਿਬ ਜੀ, ਜਿਨ ਜਮ ਤੋਂ ਲਿਆ ਛਡਾਏ। ਧੰਨ ਧੰਨ ਸਤਿਗੁਰੂ ਸਾਧੂ ਰਾਮ ਸਾਹਿਬ ਜੀ, ਜਿਨ ਚਰਨੀ ਯਾਦ ਲਗਾਏ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਜੀ, ਜੋ ਅੰਤੇ ਹੋਏ ਸਹਾय। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਜੀ, ਜੋ ਅੰਗ ਸੰਗ ਹੋਏ ਸਹਾय। ਨਿਮਾਣਿਆਂ ਦੇ ਮਨ ਸਤਿਗੁਰੂ, ਨੀਤਾਣਿਆਂ ਦੇ ਤਾਨ ਸਤਿਗੁਰੂ। ਨਿਉ ਗਿਆਨ ਦਿਓ ਨਿਆਸਿਓ ਕੇ ਆਸਰਾ, ਨਿਰਲੱਜਿਆਂ ਦੀ ਲੱਜ ਨਿਪਤਿਆਂ ਦੀ ਪਤ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਦੀ ਆਜੂਰੀ ਸੰਗਤਾਂ ਇਕੱਤਰ ਹੋ ਕੇ ਆਪ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋੜੀਆਂ ਕਰ ਰਹੀਆਂ ਹਨ। ਕੀਤਾ ਲੋੜੀਏ ਕੰਮ ਸੁਹਲ ਪਿਆ ਕੀਏ, ਕਾਰਜ ਦੇ ਸੁਹਾਰ ਸਤਿਗੁਰ ਸਜਤਾ ਕੀਏ। ਸੰਤਾਂ ਸੰਗ ਨਿਧਾਨ ਅੰਮ੍ਰਿਤ ਜਾ ਕੀਏ, ਪੈ ਪੰਜਨ ਮਿਲਵਾਨ ਦਾਸ ਕੀ ਰਾਖੀਏ। ਨਾਨਕ ਹਰ ਗੁਣ ਗਾਇਆ ਲਖ ਪ੍ਰਭ ਰਾਖੀਏ। ਆਪ ਜੀ ਦੇ ਮਾਂ ਵਾਕ ਅਨੁਸਾਰ, ਆਪ ਜੀ ਦੀ ਓਟ ਆਸਰਾ ਲੈ ਕੇ ਆਪ ਵੇਰ ਕਰਨੀ ਬਖਸ਼ਿਸ਼ ਕਰਨੀ। ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਜੋ ਆਪ ਜੀ ਮਿੱਠੇ ਮਿੱਠੇ ਵਚਨ ਕਰੋਗੇ, ਇਹ ਆਪ ਦੀਆਂ ਸੰਗਤਾਂ ਦੇ ਹਿਰਦੇ ਚ ਵਰਸਾਉਣੇ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ ਪਾਤਸ਼ਾਹ, ਆਪਣੀਆਂ ਸੰਗਤਾਂ ਨੂੰ ਆਪ ਉਦਮ ਉਚਾਰ ਬਖਸ਼ ਕੇ ਆਪਣੇ ਦਰਬਾਰ ਦੀ ਹਾਜ਼ਰੀਆਂ ਬਖਸ਼ਣੀਆਂ ਪਾਤਸ਼ਾਹ। ਬਖਸ਼ਿਸ਼ ਕਰਨਾ ਵਿਛੜੀ ਨਾ ਵਿਛਾਰੀ, ਨਾ ਭੁੱਲੀ ਤੇ ਨਾ ਭੁਲਾਵੀਂ। ਚਾਨਾਂ ਦਾ ਪਿਆਰ ਬਖਸ਼ਣਾ, ਅੰਮ੍ਰਿਤ ਵੇਲ ਦਾ ਜਾਗਣਾ ਬਖਸ਼ਣਾ, ਇਸ਼ਨਾਨ ਦਾ ਦਾਨ ਬਖਸ਼ਣਾ, ਦੋਨੋਂ ਕਦਮ ਚ ਨਹੀਂ ਬਖਸ਼ਣਾ। ਸਵਾਸ ਸਵਾਸ ਭਜਨ ਕਰਨ ਦੀ ਤਾਕਤ ਬਖਸ਼ਣੀ। ਆਪਣੇ ਸੂਰ ਸਾਹਿਬ ਦੇ ਰਚਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਬਖਸ਼ੀਆਂ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ। ਸਰਬੱਤ ਸੰਗਤ ਦੇ ਪਾਤਸ਼ਾਹ ਜੀ, ਅਰਦਾਸ ਬੇਨਤੀ ਹੈ ਪਾਤਸ਼ਾਹ, तुम करो दया मेरे साईं। ऐसी मत दीजिए मेरे ठाकर, सदा सदा तो ध्याई बख्शिश करें। आप जी के हुक्म अनुसार चार पैर सुखली बचीत हुई है। दिन चलिया पातशाह जी, आप जी का कोट कोट शुकराना है। अपनी गोद बख्शी ने बाकी अमृत वेले दी, बाकी का दिन सुखला बताना। सही सजन मिलना, जिन्ना मेरिया उच्चा सुच्चा नाम चेता होवे। श्री गुरु नानक नाम चढ़दी कला, तेरे पानी सरबत का भला। तारे जान लया विमान, जिन्हें दर्शन पाया, जिन्हें
ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਾਨ ਲਿਆ ਵਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ
तारिया जहान लया अभिमान जिने दर्शन पाया जिने तुदनो तन किया तिन जम नाया तारिया जहान लया अभिमान जिने दर्शन पाया जिने तुदनो तन किया तिन जम नाया तारिया जहान लया अभिमान जिने दर्शन पाया जिने तुदनो तन किया तिन जम नाया तारिया जहान लया अभिमान जिने दर्शन पाया जिने तुदनो तन किया तिन जम नाया तारिया जहान लया अभिमान जिने दर्शन पाया जिने तुदनो तन किया तिन जम नाया तारिया जहान लया अभिमान जिने दर्शन पाया जिने तुदनो तन किया तिन जम नाया तारिया जहान लया अभिमान जिने दर्शन पाया जिने तुदनो तन किया तिन जम नाया मन साचा मुख साचा सोए साचा तेरा नाम जी निरपोते निर्वैर है मेरे सतगुरु सेवा राम जी सतगुरु सेवा राम जी साढ़े अंग संग होए सहाय सतगुरु सेवा राम जी साढ़े अंग संग होए सहाय साहिब संत माता जी ने कीता है कमाल सारियानू इकट्ठा करके रखिया है संभाल नाम जप दे नाम जपांदे यह इन्हां दा कारोबार तन तन श्री गुरु नानक जावा चरना तो बलिहार तन तन छेवें पातशाह जावा चरना तो बलिहार तन तन साहिब संत माता जी दे चरना तो बलिहार साहिब संत माता जी आप जी ਨੂੰ कोट कोट नमस्कार दंडोत बंदन अनेक बार सर्व कला समरथ डोलन तेरा खो प्रभु नानक दे कर हथ होवे सिफत खसम दी नूर अरसों कुरसों चटिए तुध डिठे सच्चे पातशाह मल जन्म जन्म दी कटिए सच जे गुरपुर माया क्यों एदो बोलो हटिए तुध डिठे सच्चे पातशाह मल जन्म जन्म दी कटिए तुद डिठे सच्चे पातशाह जन्म जन्म दी कटिए
एक ओंकार सतगुर प्रसाद। तन तन श्री सत बालक सिंह साहिब सच्चे पातशाह जी। तन तन श्री सतगुरु संगता साहिब सच्चे पातशाह जी। तन तन श्री सतगुरु नारायण दास साहिब सच्चे पातशाह जी। तन तन श्री सतगुरु साधु राम साहिब सच्चे पातशाह जी। ਸਾਖੀ ਭੂਆ ਲੱਛੋ ਨੂੰ ਕੌਤਕ ਵਿਖਾਣ ਦੀ। ਵਿਸਾਖੀ ਨੂੰ ਅਟਕ ਪਾੜ ਦੀ ਸੰਗਤ ਕੈਮਲਪੁਰ ਆਪਣੇ ਮੁਰਸ਼ਦ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਦਰਸ਼ਨ ਕਰਨ ਆਈ ਸੀ। ਵਿਸਾਖੀ ਦੇ ਦੂਜੇ ਦਿਨ ਜਦ ਬਾਹਰ ਦੀ ਸੰਗਤ ਵਾਪਸ ਆਪਣੇ ਪਿੰਡਾਂ ਨੂੰ ਚਲੀ ਗਈ ਤਾਂ ਉਸ ਸਮੇਂ ਮਨੇਰੀ, ਤੋਪੀ, ਸਵਾਬੀ, ਜ਼ੈਦਾ ਆਦि ਪਿੰਡਾਂ ਦੀ ਸੰਗਤ ਨੇ ਦੋ ਹੱਥ ਜੋੜ ਕਰ ਤੇ ਗਲ ਵਿੱਚ ਪੱਲਾ ਪਾਏ ਕਰ ਬੇਨਤੀ ਕੀਤੀ, हे सच्चे पातशाह, साढ़े ਧੀਆਂ पुत्र जवान हो गए हैं। असी गरीब बंदे हाँ, तुसी साढ़े पिंड आए कर उन्हां दा आनंद कारज अपने हथी करो जी। सतगुरां संगतां दी बेनती परवान करदियां बचन कीता, ਅਸੀਂ 15 ਵਿਸਾਖ ਨੂੰ ਮਨੇਰੀ ਪਿੰਡ ਪਹੁੰਚ ਜਾਵਾਂਗੇ। ਤੁਸਾਂ ਆਪਣੇ ਬੱਚੇ ਬੱਚੀਆਂ ਨੂੰ ਮਨੇਰੀ ਪਿੰਡ ਲੈ ਆਣਾ। ਉੱਥੇ ਵਾਰੋ ਵਾਰੀ ਗੁਰਦੁਆਰੇ ਵਿੱਚ ਉਹਨਾਂ ਦਾ ਆਨੰਦ ਕਾਰਜ ਕੀਤਾ ਜਾਏਗਾ। ਸੰਗਤ ਸਤਿਗੁਰਾਂ ਦੇ ਇਹ ਬਚਨ ਸੁਣ ਕੇ ਸੰਗਤ ਸਤਿਗੁਰਾਂ ਦੇ ਇਹ ਬਚਨ ਸੁਣ ਕੇ ਬਹੁਤ ਖੁਸ਼ ਹੋਈ ਤੇ ਘਰ ਆਏ ਕਰ ਲੱਗੇ ਤਿਆਰੀਆਂ ਕਰਨ। 14 ਵਿਸਾਖ ਨੂੰ ਸਤਿਗੁਰੂ ਜੀ ਨੇ ਕੈਮਲਪੁਰ ਸੰਗਤਾਂ ਨੂੰ ਦੱਸਿਆ ਜੋ ਗੁਰਬਾਣੀ ਵਿੱਚ ਲਿਖਿਆ ਹੈ। ਤਨਾਸਰੀ ਮਹਲਾ ਪੰਜਵਾਂ। जन के पूरन होए काम, कली काल महाबिख्या में, लज्जा राखी राम रहाओ। सिमर सिमर स्वामी प्रभ अपना, निकट न आवे काम। मुकत बैकुंठ साध की संगत, जन पायो हर ताम। चरण कमल हर जन की थाती, कोट सुख बिसराम। गोबिंद दमोदर सिमरो दिन रैन, नानक सद कुर्बान। कथा करदियां श्री सतगुरु भगवान दास जी दस रहे सन कि इस शब्द विच श्री गुरु अर्जन देव जी फरमाउंदे हन, हे भाई, परमात्मा दे सेवकां दे सारे काम सफल हो जाते हैं। इस झमेलियां भरे संसार विच, इस वड्डी मोहनी माया विच परमात्मा अपने सेवक दी इज्जत रख लैंदा है। हे भाई,
ਆਪਣੇ ਮਾਲਕ ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ ਸੇਵਕਾਂ ਦੇ ਨੇੜੇ ਆਤਮਿਕ ਮੌਤ ਨਹੀਂ ਟੁਕਦੀ। ਸੇਵਕ ਗੁਰੂ ਦੀ ਸੰਗਤ ਪ੍ਰਾਪਤ ਕਰ ਲੈਂਦੇ ਹਨ। ਜਿਹੜੀ ਪਰਮਾਤਮਾ ਦਾ ਘਰ ਹੈ, ਇਹ ਸਾਧ ਸੰਗਤ ਹੀ ਉਹਨਾਂ ਵਾਸਤੇ ਵਿਸ਼ਨੂੰ ਪ੍ਰਭੂ ਦੀ ਪੂਰੀ ਹੈ। ਵਿਕਾਰਾਂ ਤੋਂ ਖਲਾਸੀ ਪਾਉਣ ਦੀ ਥਾਂ ਹੈ। ਹੇ ਭਾਈ, ਪ੍ਰਭੂ ਦੇ ਸੇਵਕਾਂ ਵਾਸਤੇ ਪ੍ਰਭੂ ਦੇ ਚਰਨ ਹੀ ਆਸਰਾ ਹਨ, ਕਰੋੜਾਂ ਸੁੱਖਾਂ ਦਾ ਟਿਕਾਣਾ ਹਨ। ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ, ਹੇ ਭਾਈ, ਮੈਂ ਵੀ ਉਸ ਗੋਬਿੰਦ ਦਮੋਦਰ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ। ਤਾਂ ਉਸ ਸਮੇਂ ਭੂਆ ਲੱਛੋ ਨੇ ਸਤਿਗੁਰਾਂ ਨੂੰ ਯਾਦ ਕਰਾਇਆ, ਕੱਲ ਆਪ ਜੀ ਨੇ ਮਨੇਰੀ ਪਿੰਡ ਆਪਣੇ ਸੇਵਕਾਂ ਦੀ ਸਾੜ ਲੈਣੇ ਜਾਣਾ ਹੈ। ਤਾਂ ਸਤਿਗੁਰਾਂ ਬਚਨ ਕੀਤਾ, ਜੋ ਤਿਆਰੀ ਕਰ ਲਵੋ, ਕੱਲ ਸਵੇਰੇ ਲੰਗਰ ਤਿਆਰ ਕਰ ਲੈਣਾ, ਲੰਗਰ ਆਪਣਾ ਨਾਲ ਲੈ ਚਲਾਂਗੇ। ਤਾਂ ਠਾਕਰ ਤੋਲਾ ਰਾਮ ਸਿੰਘ ਨੇ ਬੇਨਤੀ ਕੀਤੀ, ਸਾਹਿਬ ਜੀ, ਹੁਕਮ ਹੋਵੇ ਤਾਂ ਦਾਸ ਵੀ ਆਪ ਜੀ ਦੇ ਨਾਲ ਮਨੇਰੀ ਜਾਏਗਾ। ਮੋਟਰ ਕੱਲ ਸਵੇਰੇ ਇੱਥੇ ਪਹੁੰਚ ਜਾਏਗੀ। ਤਾਂ ਭੂਆ ਲੱਛੋ ਨੇ ਵੀ ਆਖਿਆ, ਮੈਂ ਵੀ ਆਪ ਜੀ ਨਾਲ ਮਨੇਰੀ ਪਿੰਡ ਜਾਵਾਂਗੀ। ਸਤਿਗੁਰਾਂ ਕਿਹਾ, ਜਿਵੇਂ ਤੁਸਾਂ ਦੀ ਇੱਛਾ। ਦੂਜੇ ਦਿਨ ਭੂਆ ਲੱਛੋ ਨੇ ਤੇ ਹੋਰ ਕੁਝ ਮਾਈਆਂ ਅੰਮ੍ਰਿਤ ਵੇਲੇ ਤੋਂ ਹੀ ਲੰਗਰ ਬਣਾਉਣਾ ਸ਼ੁਰੂ ਕਰ ਦਿੱਤਾ। ਪ੍ਰਸ਼ਾਦੇ ਟੋਕਰੀਆਂ ਵਿੱਚ ਭਰ ਲਏ ਤੇ ਭਾਜੀਆਂ ਸਬਜ਼ੀਆਂ ਦੇ ਪਤੀਲੇ ਭਰ ਲਏ। ਠੀਕ 10 ਵਜੇ ਠਾਕਰ ਤੋਲਾ ਰਾਮ ਸਿੰਘ ਮੋਟਰ ਲੈ ਆਇਆ। ਸਤਿਗੁਰ ਜੀ, ਭੂਆ ਲੱਛੋ ਅਤੇ ਠਾਕਰ ਤੋਲਾ ਰਾਮ ਸਿੰਘ ਮੋਟਰ ਵਿੱਚ ਬੈਠ ਗਏ ਤੇ ਡਰਾਈਵਰ ਨੂੰ ਹੁਕਮ ਕੀਤਾ ਕਿ ਅਟਕ ਪਾਰ ਮਨੇਰੀ ਪਿੰਡ ਚਲੋ। ਡਰਾਈਵਰ ਨੇ ਹੁਕਮ ਪਾਏ ਕਰ ਮੋਟਰ ਨੂੰ ਤੋੜ ਦਿੱਤਾ। ਮਨੇਰੀ ਪਿੰਡ ਪਹੁੰਚ ਕਰ ਸਤਿਗੁਰਾਂ ਭਾਈ ਤੇਜਾ ਰਾਮ ਦੇ ਘਰ ਡੇਰਾ ਲਾਇਆ। ਕੈਮਲਪੁਰ ਦੀਆਂ ਸੰਗਤਾਂ ਨੇ ਆਪਣਾ ਲਿਆਂਦਾ ਲੰਗਰ ਛਕਿਆ ਤੇ ਬਾਹਰੋਂ ਪਿੰਡ ਤੋਂ ਆਈਆਂ ਹੋਈਆਂ ਸੰਗਤਾਂ ਲਈ ਲਾਲਾ ਤੇਜਾ ਰਾਮ ਨੇ ਲੰਗਰ ਦੀ ਸੇਵਾ ਕੀਤੀ। ਸੰਗਤਾਂ ਭੋਜਨ ਕਰਕੇ ਤੇ ਸਤਿਗੁਰਾਂ ਦਾ ਦਰਸ਼ਨ ਕਰਕੇ ਆਪੋ ਆਪਣੇ ਪਿੰਡਾਂ ਨੂੰ ਗਈਆਂ। ਦੂਜੇ ਦਿਨ ਗੁਰਦੁਆਰੇ ਆਨੰਦ ਕਾਰਜਾਂ ਦਾ ਪ੍ਰੋਗਰਾਮ ਆਰੰਭ ਹੋ ਗਿਆ। ਗੁਰੂ ਮਹਾਰਾਜ ਜੀ ਉਹੀ ਭੋਜਨ ਖਾਂਦੇ ਰਹੇ। ਜਦ ਭੂਆ ਲੱਛੋ ਨੇ ਲੰਗਰ ਛਕਿਆ ਤਾਂ ਉਹਨੂੰ ਪ੍ਰਤੀਤ ਹੋਇਆ ਜੋ ਇਹ ਖਰਾਬ ਹੋ ਗਿਆ ਹੈ। ਤਾਂ ਭੂਆ ਲੱਛੋ ਦੇ ਮਨ ਵਿੱਚ ਆਈ, ਜੋ ਠਾਕਰ ਤੋਲਾ ਰਾਮ ਸਿੰਘ ਨੂੰ ਸਤਿਗੁਰ ਸਾਧੂ ਰਾਮ ਜੀ ਆਪਣਾ ਪੁੱਤਰ ਸਮਝਦੇ ਹਨ ਤੇ ਆਖਿਆ ਕਰਦੇ ਸਨ, ਸਾਡੇ 5 ਪੁੱਤਰ ਹਨ, ਤੋਲਾ ਰਾਮ ਸਿੰਘ ਵੀ ਸਾਡਾ ਪੁੱਤਰ ਹੈ। ਤੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਇਹਨਾਂ ਦੇ ਘਰ ਦਾ ਪ੍ਰਸ਼ਾਦਾ ਛਕ ਲੈਂਦੇ ਹਨ। ਇਸ ਲਈ ਭੂਆ ਲੱਛੋ ਨੇ ਠਾਕਰ ਤੋਲਾ ਰਾਮ ਸਿੰਘ ਨੂੰ ਆਖਿਆ, ਬਾਜ਼ਾਰ ਜਾਏ ਕਰ ਰਸਦ ਲੈ ਆ, ਜੋ ਸਤਿਗੁਰਾਂ ਲਈ ਤਾਜ਼ਾ ਭੋਜਨ ਤਿਆਰ ਕੀਤਾ ਜਾਵੇ। ਤੋਲਾ ਰਾਮ ਸਿੰਘ ਬਾਜ਼ਾਰ ਗਏ ਤੇ ਲੰਗਰ ਲਈ ਰਸਦ ਲੈ ਆਏ। ਤਾਂ ਭੂਆ ਲੱਛੋ ਜੀ ਨੇ ਤਾਜ਼ਾ ਭੋਜਨ ਤਿਆਰ ਕੀਤਾ। ਜਦ ਤਾਜ਼ਾ ਭੋਜਨ ਭੂਆ ਜੀ ਨੇ ਪਰੋਸ ਕੇ
ਸਾਹਿਬਾਂ ਅੱਗੇ ਰੱਖਿਆ ਤਾਂ ਸਤਿਗੁਰਾਂ ਪੁੱਛਿਆ, ਜਿਹੜਾ ਭੋਜਨ ਕੈਮਲਪੁਰ ਤੋਂ ਲੈ ਆਏ ਸਾਂ ਉਹ ਕਿੱਥੇ ਹੈ? ਭੂਆ ਜੀ ਨੇ ਸਾਹਿਬਾਂ ਦੇ ਪੁੱਛਣੇ 'ਤੇ ਦੱਸਿਆ ਕਿ ਉਹ ਭੋਜਨ ਤਾਂ ਸਾਹਮਣੇ ਰੱਖਿਆ ਹੋਇਆ ਹੈ ਪਰ ਖਰਾਬ ਹੋ ਗਿਆ ਹੈ। ਸਾਹਿਬਾਂ ਬਚਨ ਕੀਤਾ, ਉਹ ਭੋਜਨ ਕਦੇ ਖਰਾਬ ਨਹੀਂ ਹੋ ਸਕਦਾ, ਇੱਥੇ ਲੈ ਆਵੋ। ਭੂਆ ਜੀ ਨੇ ਪ੍ਰਸ਼ਾਦਿਆਂ ਦਾ ਟੋਕਰਾ ਤੇ ਸਬਜ਼ੀ ਦਾ ਪਤੀਲਾ ਅੱਗੇ ਆਣ ਰੱਖਿਆ। ਸਤਿਗੁਰਾਂ ਉਸ ਵਿੱਚੋਂ ਇੱਕ ਰੋਟੀ ਤੇ ਸਬਜ਼ੀ ਉਠਾ ਕਰ ਤੋੜ ਕੇ ਇੱਕ ਗਰਾਈ ਭੂਆ ਜੀ ਨੂੰ ਤੇ ਦੂਜੀ ਠਾਕਰ ਤੋਲਾ ਰਾਮ ਸਿੰਘ ਨੂੰ ਦਿੱਤੀ। ਜਦ ਉਹਨਾਂ ਨੇ ਖਾਧੀ ਤਾਂ ਬਹੁਤ ਸਵਾਦ ਆਇਆ। ਸਤਿਗੁਰਾਂ ਉਸ ਵਿੱਚ ਅੰਮ੍ਰਿਤ ਭਰ ਦਿੱਤਾ ਤੇ 5 ਦਿਨਾਂ ਬਾਅਦ ਵੀ ਉਹ ਤਾਜ਼ੇ ਭੋਜਨ ਨਾਲੋਂ ਚੰਗਾ ਲੱਗ ਰਿਹਾ ਸੀ। ਸਤਿਗੁਰਾਂ ਦਾ ਇਹ ਕੌਤਕ ਦੇਖ ਕਰ ਭੂਆ ਲੱਛੋ ਦੱਸਿਆ ਹੈ, ਇਹ ਤਾਂ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਤਾਜ਼ਾ ਭੋਜਨ ਬਣ ਗਿਆ ਹੈ। ਮੈਂ ਥੋੜੀ ਦੇਰ ਪਹਿਲੋਂ ਲੰਗਰ ਚੱਕ ਕੇ ਵੇਖਿਆ ਸੀ, ਮੈਨੂੰ ਖਰਾਬ ਲੱਗਿਆ, ਇਸ ਲਈ ਮੈਂ ਰਸਦ ਮੰਗਵਾ ਕਰ ਤੁਸਾਂ ਲਈ ਭੋਜਨ ਤਿਆਰ ਕੀਤਾ ਹੈ। ਇਹ ਤਾਂ ਚਮਤਕਾਰ ਹੋਇਆ ਹੈ। ਸਤਿਗੁਰਾਂ ਦਾ ਇਹ ਕੋਤਕ ਤੱਕ ਕੇ ਭੂਆ ਜੀ ਕਹਿਣ ਲੱਗ ਪਈ, ਤੁਸਾਂ ਵਿੱਚ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦੀ ਜੋਤ ਵਸਦੀ ਹੈ। ਇਹ ਬਰਕਤਾਂ ਤਾਂ ਉਹਨਾਂ ਵਿੱਚ ਸਨ, ਅੱਜ ਉਹੀ ਬਰਕਤ ਤੁਸਾਂ ਵਿੱਚ ਤੱਕੀ ਹੈ। ਸਤਿਗੁਰ ਜੀ ਰੋਜ਼ ਹੀ ਸਵੇਰੇ ਗੁਰਦੁਆਰੇ ਜਾਏ ਕਰ ਇੱਕ ਜੋੜੀ ਦਾ ਆਨੰਦ ਕਾਰਜ ਕਰਵਾ ਦਿੰਦੇ। ਇਸੇ ਤਰ੍ਹਾਂ ਸਤਿਗੁਰਾਂ 6 ਜੋੜੀਆਂ ਦਾ ਆਨੰਦ ਕਾਰਜ ਕਰਵਾਇਆ ਤੇ ਆਸ਼ੀਰਵਾਦ ਦਿੱਤੀ ਤੇ ਨਾਮ ਦਾ ਦਾਨ ਵੀ ਦਿੱਤਾ। ਜਿਹੜੇ ਚੱਲ ਫਿਰ ਨਹੀਂ ਸਕਦੇ ਸਨ, ਉਹਨਾਂ ਦੇ ਘਰ ਜਾ ਕਰ ਸਤਿਗੁਰ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤਾ ਤੇ ਉਹਨਾਂ ਦਾ ਕਲਿਆਣ ਕੀਤਾ। ਸਤਿਗੁਰ ਜੀ ਮਨੇਰੀ ਤੋਂ ਤੋਤਾਲੀ ਪਿੰਡ ਗਏ, ਸੰਗਤਾਂ ਵੀ ਤੋਤਾਲੀ ਪਿੰਡ ਪਹੁੰਚ ਗਈਆਂ। ਸਤਿਗੁਰਾਂ ਮਾਈ ਸੁਧੀ ਦੇ ਘਰ ਡੇਰਾ ਲਾਇਆ, ਉੱਥੇ ਮੱਝੀਆਂ ਲਈ ਪੌਂ ਖਰੀਦਿਆ। ਬੋਰਿਆਂ ਵਿੱਚ ਭਰ ਕੇ ਸੇਵਕ ਟਾਲੇ ਲਾਈ ਜਾਂਦੇ ਸਨ ਤੇ ਸ਼ਬਦ ਵੀ ਪੜ੍ਹਦੇ ਜਾਂਦੇ। ਤੋਤਾਲੀ ਪਿੰਡ ਦੇ ਮੁਸਲਮਾਨਾਂ ਨੇ ਪੁੱਛਿਆ, ਇਹ ਕੌਣ ਹਨ? ਮੁਖੜੇ ਤੇ ਜਲਾਲ ਹੈ, ਸਾਨੂੰ ਤਾਂ ਕੋਈ ਵਲੀ ਲੱਗਦੇ ਹਨ। ਤਾਂ ਸੰਗਤ ਨੇ ਦੱਸਿਆ, ਜੋ ਇਹ ਸਾਡੇ ਪੀਰ ਹਨ, ਕੈਮਲਪੁਰ ਤੋਂ ਆਏ ਹਨ। ਤਾਂ ਉਹਨਾਂ ਪਠਾਣਾ ਨੇ ਅਦਬ ਸਹਿਤ ਸਲਾਮ ਆਖੀ। ਸਤਿਗੁਰਾਂ ਕਿਹਾ, ਸਲਾਮ ਸੱਚੇ ਪਰਵਦਗਾਰ ਨੂੰ। ਤਾਂ ਇੱਕ ਪਠਾਨ ਨੇ ਕਿਹਾ, ਮੇਰਾ ਪੁੱਤ ਬਿਮਾਰ ਹੈ। ਤਾਂ ਸਤਿਗੁਰਾਂ ਬਚਨ ਕੀਤਾ, ਉਹਨੂੰ ਇੱਥੇ ਹੀ ਲੈ ਆ। ਉਹ ਬਿਮਾਰ ਬੱਚੇ ਨੂੰ ਸਤਿਗੁਰਾਂ ਕੋਲ ਲੈ ਆਇਆ। ਸਤਿਗੁਰਾਂ ਜਲ ਲੈ ਕੇ ਉਹਦੇ ਮੂੰਹ ਪਾਇਆ ਤੇ ਜਨਮ ਰਾਜ ਨੂੰ ਕਿਹਾ, ਕਲਮ ਕਾਗਜ਼ ਲੈ ਆ, ਲਿਖੋ ਬਨਫਸ਼ੇ ਦਾ ਸ਼ਰਬਤ 3 ਦਿਨ ਰੋਜ਼ ਹੀ ਪਿਲਾਣਾ, ਖੁਦਾ ਇਹਨੂੰ ਠੀਕ ਕਰੇਗਾ। ਪਠਾਨ ਨੇ ਇਸੇ ਤਰ੍ਹਾਂ ਹੀ ਕੀਤਾ, ਉਹ ਠੀਕ ਹੋ ਗਿਆ। जितने दिन सतगुरु जी तो ताली रहे
कई बीमार उत्थे आए, सतगुरु जी नुस्खा लिखवा कर देंदे रहे, वो ठीक होंदे गए। ये पौ खरीदण दा तां एक बहाना सी। सतगुरु जी तां लोकां दे दुख निवारण तो ताली गए सन। गड्डियां ते पौंदे बोरे लदवा के कैमलपुर भेज दिते गए ते सतगुरु जी मनेरी पिंड हो के कैमलपुर पहुंच गए। कैमलपुर भूआ लच्छो ने सतगुरां दा कौतक संगतां नूं दस्या, जो इन्हां दी किरपा दृष्टि द्वारा खराब भोजन भी ताजे भोजन तो चंगा लगन लग पिया सी। ये पौ खरीदण दा तां एक बहाना सी। सतगुरु जी तां लोकां दे दुख निवारण तो ताली गए सन। गड्डियां ते पौं ते बोरे लदवा के कैमलपुर भेज दिते गए ते सतगुरु जी मनेरी पिंड हो के कैमलपुर पहुंच गए। कैमलपुर भूआ लच्छो ने सतगुरां दा कौतक संगतां नूं दस्या, जो इन्हां दी किरपा दृष्टि द्वारा खराब भोजन भी ताजे भोजन तो चंगा लगन लग पिया सी। साखी पूरी हुई। एक ओंकार सतगुर प्रसाद। तन तन श्री सतगुरु बालक सिंह साहिब सच्चे पातशाह जी। तन तन श्री सतगुरु संगता साहिब सच्चे पातशाह जी। तन तन श्री सतगुरु नारायण दास साहिब सच्चे पातशाह जी। तन तन श्री सतगुरु साधु राम साहिब सच्चे पातशाह जी। साखी मोती राम डंग सुआबी वाले दी, उसकी अपनी जबानी। श्री सतगुरु भगवान दास जी अपने सेवकां दा उद्धार करन लई फ्रंटियर दे इलाके विच जाया करदे सन। एक बार जद सतगुरु जी मनेरी पिंड तो बाहर बरगंड नदी दे कंढे बैठे संगतां नूं उपदेश दे रहे सन, तां उस वक़्त मैं मोती राम डंग सुआबी वाला सतगुरां दे दर्शनां नूं उत्थे आया सा ਅਤੇ ਵੇਖਦਾ ਹਾਂ ਜੋ ਸਭ ਗੁਰਸਿੱਖਾਂ ਦੇ ਹੱਥ ਵਿੱਚ ਮਾਲਾ ਹੈ ਤੇ ਹਰ ਕੋਈ ਸਿਮਰਨ ਕਰ ਰਿਹਾ ਹੈ। ਮੈਂ ਸਤਿਗੁਰਾਂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਸਤਿਗੁਰਾਂ ਨੇ ਮੈਨੂੰ ਆਪਣੇ ਕੋਲ ਬੈਠਣ ਦਾ ਇਸ਼ਾਰਾ ਕੀਤਾ ਤੇ ਮੈਂ ਬੈਠ ਗਿਆ। ਸਿਮਰਨ ਤੋਂ ਬਾਅਦ सतगुरु जी ने मेरे पासों आनंद मंगल पूछी। मैं हाथ जोड़ के बेनती की थी, साहिब जीओ आप जी दी अपार किरपा है। कुछ देर होर सतगुरां दे बचन सुन के जद मैं उठन लगा तां सतगुरां इशारा करके बैठ जाण दा हुक्म कीता ਅਤੇ ਮੈਂ ਫਿਰ ਬੈਠ ਗਿਆ। ਉਸ ਸਮੇਂ ਸਤਿਗੁਰੂ ਜੀ ਨੇ ਇਸ ਸ਼ਬਦ ਦੀ ਕਥਾ ਕੀਤੀ। ਬਸੰਤ ਮਹਲਾ ਪੰਜਵਾਂ ਕਰ ਦੂਜਾ ਹਿੰਡੋਲ ਹੋਏ ਇਕਤਰ ਮਿਲੋ ਮੇਰੇ ਪਾਈ ਦੁਬਿਧਾ ਦੂਰ ਕਰੋ ਲਿਵ ਲਾਏ
हर नाम के होवो जोड़ी, गुरमुख बैसो सफा विछाए। इन विध पासा टालो बीर, गुरमुख नाम जपो दिन राती। अंत काल नह लागे पीर रहाओ। करम तरम तुम चौपड़ साजो, सत करो तुम सारी। काम क्रोध लोभ मोह जीतो, ऐसी खेल हर प्यारी। उठ स्नान करो पर भाते, सोए हर आराधे। बिखड़े दाओ लंघावे मेरा सतगुर, सुख सहज स्थिति कर जाते। हर आपे खेलै आपे देखे, हर आपे रचन रचाया। जन नानक गुरमुख जो नर खेलै, सो जिण बाजी कर आया। जद कथा दा भोग पिया ਤਾਂ मैं बेनती की, सच्चे पातशाह जीओ कल साढ़े पिंड स्वाबी आके साढ़े गृह विखे चरण पा के उसनों पवित्र करन दी किरपा करो ਅਤੇ स्वाबी दियां संगतां दा भी उद्धार करो जी। सतगुरां सेवक दी अरदास परवान कर लई। मैं घर चला गया ਅਤੇ सतगुर जी ਅਤੇ ਉਹਨਾਂ ਨਾਲ ਆਉਣ ਵਾਲੀਆਂ ਸੰਗਤਾਂ ਦੇ ਸਵਾਗਤ ਲਈ स्वाबी ਦੀਆਂ ਸੰਗਤਾਂ ਸਮੇਤ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਦਿਨ ਸ੍ਰੀ ਸਤਗੁਰ ਜੀ ਅਤੇ ਸੰਗਤਾਂ ਜਦ स्वाबी ਪੁੱਜੀਆਂ ਤਾਂ ਅਸਾਂ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਅਤੇ ਫਿਰ ਉਹਨਾਂ ਦਾਸ ਦੇ ਗ੍ਰਹਿ ਵਿੱਚ ਚਰਨ ਪਾ ਕੇ ਉਸ ਨੂੰ ਪਵਿੱਤਰ ਕੀਤਾ। ਸਤਿਗੁਰਾਂ ਉਸ ਸਮੇਂ ਇਸ ਸ਼ਬਦ ਦੀ ਕਥਾ ਕੀਤੀ। ਤੁਖਾਰੀ ਛੰਦ ਮਹਲਾ ਪੰਜਵਾਂ। ਏਓ ਤਨ ਮਨ ਤੇਰਾ ਸਭ ਗੁਣ ਤੇਰੇ, ਖਨੀਏ ਵੰਝਾਂ दर्शन तेरे। एओ तन मन तेरा सब गुण तेरे, खनिए वंजा दर्शन तेरे। दर्शन तेरे सुन प्रभ मेरे, निमख दृष्ट पेख जीवा। अमृत नाम सुनी जय तेरा, कृपा कर है तपीवा। आस प्यासी पिर कै ताई, जो चात्रिक बूंदे रे। कहो नानक जियड़ा बलिहारी, देहो दरस प्रभ मेरे। कहो नानक जियड़ा बलिहारी, देहो दरस प्रभ मेरे। कथा तो बाद सतगुरु जी ने हुक्म किया, असू दी पूर्णमासी आउण वाली है। उस दिन श्री सतगुरु संगता साहिब जी का प्रकाश दिवस भी है। महान गुरपुरब मनाया जाएगा। उस प्रोग्राम विच हाज़र होने की सूचना संगतां नूं पहुँचाई जाएगी। संगतां हाज़र हो के सतगुरु संगता साहिब जी दियाँ खुशियाँ प्राप्त करन। श्री सतगुरु जी पार दियाँ संगतां नूं निहाल करके कैमलपुर वापस आ गए। कुछ दिनों बाद गुरपुरब बारे हुक्मनामा मैनू भी पहुँच गया ਅਤੇ स्वाबी दियाँ संगतां सहित गुरपुरब के समय हाज़र होने दियां तैयारियां करन लगा।
ਉਹਨਾਂ ਦਿਨਾਂ ਵਿੱਚ ਸਿਵਲ ਹਸਪਤਾਲ ਸਵਾਬੀ ਅਤੇ ਜ਼ਿਲ੍ਹਾ ਜੇਲ੍ਹ ਵਿੱਚ ਰਾਸ਼ਨ ਦੇਣ ਦਾ ਠੇਕਾ ਮੇਰੇ ਪਾਸ ਸੀ। ਜਿਸ ਦਿਨ ਗੁਰਪੁਰਬ ਸੀ ਉਸੇ ਦਿਨ ਪਿਸ਼ੌਰ ਤੋਂ ਇੱਕ ਵੱਡੇ ਅਫਸਰ ਦੇ ਆਉਣ ਦੀ ਖਬਰ ਮੈਨੂੰ ਮਿਲ ਚੁੱਕੀ ਸੀ। ਮੇਰਾ ਹਾਜ਼ਰ ਰਹਿਣਾ ਬੜਾ ਜ਼ਰੂਰੀ ਹੋ ਗਿਆ ਸੀ। ਬੇਹਬਲ ਹੋ ਕੇ ਸਤਿਗੁਰਾਂ ਜੀ ਦੇ ਚਰਨਾਂ ਦੀ ਓਟ ਲੈ ਕੇ ਮੈਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ, ਐਸੀ ਰੇਖ ਵਿੱਚ ਮੇਖ ਮਾਰੋ ਕਿ ਹਾਕਮ ਦਾ ਦੌਰਾ ਕਿਸੇ ਹੋਰ ਤਾਰੀਖ 'ਤੇ ਪੈ ਜਾਏ ਅਤੇ ਮੈਂ ਗੁਰਪੁਰਬ ਦੇ ਵੇਲੇ ਤੁਹਾਡੀਆਂ ਸੰਗਤਾਂ ਵਿੱਚ ਹਾਜ਼ਰੀ ਭਰ ਸਕਾਂ। ਸਤਿਗੁਰਾਂ ਨੇ ਮੇਰੀ ਅਰਦਾਸ ਪ੍ਰਵਾਨ ਕਰ ਲਈ। ਸਵਾਬੀ ਦੇ ਹਾਕਮ ਨੇ ਮੈਨੂੰ ਦੱਸਿਆ ਕਿ ਪਿਸ਼ੌਰ ਤੋਂ ਵੱਡਾ ਹਾਕਮ ਨਹੀਂ ਆ ਰਿਹਾ, ਉਹ ਮਰਦਾਨ ਤੋਂ ਹੀ ਵਾਪਸ ਚਲਾ ਗਿਆ ਹੈ। ਉਹ ਫੇਰ ਕਿਸੇ ਦਿਨ ਆਵੇਗਾ। ਇਹ ਗੱਲ ਸੁਣ ਕੇ ਮਨ ਬਹੁਤ ਪ੍ਰਸੰਨ ਹੋ ਗਿਆ। ਮੈਂ ਆਪਣੇ ਮਨ ਵਿੱਚ ਹੀ ਸਤਿਗੁਰਾਂ ਜੀ ਦਾ ਕੋਟ ਧੰਨਵਾਦ ਕੀਤਾ ਕਿ ਆਪ ਜੀ ਨੇ ਮੇਰੀ ਅਰਦਾਸ ਪ੍ਰਵਾਨ ਕਰ ਲਈ ਹੈ। ਮੈਂ ਸਵਾਬੀ ਦੇ ਹਾਕਮ ਨੂੰ ਦੱਸਿਆ, ਇਹ ਮੇਰੇ ਸਤਿਗੁਰਾਂ ਜੀ ਦੀ ਕਿਰਪਾ ਹੈ ਜਿਨ੍ਹਾਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਮੈਨੂੰ ਨਿਵਾਜਿਆ ਹੈ। ਮੋਤੀ ਰਾਮ ਦੀ ਇਹ ਗੱਲ ਸੁਣ ਕੇ ਹਾਕਮ ਨੇ ਆਖਿਆ, ਮੋਤੀ ਰਾਮ, ਜਦ ਕਦੀ ਤੇਰੇ ਮੁਰਸ਼ਦ ਸ੍ਰੀ ਸਤਿਗੁਰ ਜੀ ਸਵਾਬੀ ਤਸ਼ਰੀਫ ਲਿਆਉਣ ਤਾਂ ਮੈਨੂੰ ਵੀ ਉਹਨਾਂ ਦਾ ਸ਼ਕਦਸ਼ ਪਵਿੱਤਰ ਦੀਦਾਰ ਜ਼ਰੂਰ ਕਰਵਾਉਣਾ। ਫਿਰ ਸਵਾਬੀ ਦੀਆਂ ਸੰਗਤਾਂ ਦੇ ਨਾਲ ਮੈਂ ਸਤਿਗੁਰ ਸੰਗਤਾ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਪੁਰਬ 'ਤੇ ਕੈਮਲਪੁਰ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੁੱਜ ਗਿਆ। ਗੁਰਪੁਰਬ ਦੇ ਸਮਾਗਮ ਵਿੱਚ ਹਿੱਸਾ ਲਿਆ। ਫਿਰ ਸਮਾਗਮ ਦੇ ਅੰਤ 'ਤੇ ਮੈਂ ਸੰਗਤਾਂ ਦੇ ਜੋੜਿਆਂ ਵਿੱਚ ਖਲੋ ਕੇ ਅਤੇ ਸਤਿਗੁਰਾਂ ਵੱਲ ਹੱਥ ਜੋੜ ਕੇ ਸੰਗਤਾਂ ਨੂੰ ਆਪਣੀ ਸਾਰੀ ਗਾਥਾ ਸੁਣਾਈ ਅਤੇ ਕਿਹਾ, ਸਤਿਗੁਰ ਜੀ ਦੀ ਅਪਾਰ ਕਿਰਪਾ ਦੁਆਰਾ ਹੀ ਇਹ ਸਭ ਕੁਝ ਹੋਇਆ ਹੈ। ਮੈਂ ਤਾਂ ਦਾਸਾਂ ਦਾ ਦਾਸ ਬਣ ਕੇ ਸਤਿਗੁਰ ਜੀ ਦਾ ਲੱਖ ਧੰਨਵਾਦ ਕਰਦਾ ਹਾਂ। ਆਪ ਜੀ ਤੋਂ ਹਮੇਸ਼ਾ ਲਈ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ ਦੀ ਬੇਨਤੀ ਕਰਦਾ ਹਾਂ। ਮੇਰੀ ਗਾਥਾ ਨੂੰ ਸੁਣ ਕੇ ਸੰਗਤਾਂ ਨੇ ਵੀ ਧੰਨ ਸਤਿਗੁਰੂ ਸੰਗਤਾ ਸਾਹਿਬ ਜੀ, ਧੰਨ ਸਤਿਗੁਰੂ ਭਗਵਾਨ ਦਾਸ ਜੀ ਦਾ ਉਚਾਰਨ ਕੀਤਾ। ਧੰਨ ਧੰਨ ਸਤਿਗੁਰੂ ਸੰਗਤਾ ਸਾਹਿਬ ਆਪ ਜੀ ਦੀ ਸਦਾਈ ਜੈ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾਈ ਜੈ। ਮੇਰੀ ਗਾਥਾ ਨੂੰ ਸੁਣ ਕੇ ਸੰਗਤਾਂ ਨੇ ਵੀ ਧੰਨ ਸਤਿਗੁਰੂ ਸੰਗਤਾ ਸਾਹਿਬ ਜੀ, ਧੰਨ ਸਤਿਗੁਰੂ ਭਗਵਾਨ ਦਾਸ ਜੀ ਦਾ ਉਚਾਰਨ ਕੀਤਾ। ਭੋਗ ਪੈਣ ਤੋਂ ਬਾਅਦ ਸਤਿਗੁਰ ਜੀ ਤੋਂ ਆਗਿਆ ਲੈ ਕੇ ਸਵਾਬੀ ਦੀ ਸੰਗਤ ਨਾਲ ਮੈਂ ਵੀ ਸਵਾਬੀ ਵਾਪਸ ਚਲਾ ਗਿਆ। ਫਿਰ ਸਵਾਬੀ ਦੀਆਂ ਸੰਗਤਾਂ ਦੇ ਨਾਲ ਮੈਂ ਸਤਿਗੁਰ ਸੰਗਤਾ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਪੁਰਬ 'ਤੇ ਕੈਮਲਪੁਰ ਸਾਹਿਬਾਂ ਜੀ ਦੀ ਹਜ਼ੂਰੀ ਵਿੱਚ ਪੁੱਜ ਗਿਆ। ਗੁਰਪੁਰਬ ਦੇ ਸਮਾਗਮ ਵਿੱਚ ਹਿੱਸਾ ਲਿਆ। ਫਿਰ ਸਮਾਗਮ ਦੇ ਅੰਤ 'ਤੇ ਮੈਂ ਸੰਗਤਾਂ ਦੇ ਜੋੜਿਆਂ ਵਿੱਚ ਖਲੋ ਕੇ ਅਤੇ ਸਤਿਗੁਰਾਂ ਵੱਲ ਹੱਥ ਜੋੜ ਕੇ ਸੰਗਤਾਂ ਨੂੰ
ਆਪਣੀ ਸਾਰੀ ਗਾਥਾ ਸੁਣਾਈ ਅਤੇ ਕਿਹਾ ਸਤਿਗੁਰ ਜੀ ਦੀ ਅਪਾਰ ਕਿਰਪਾ ਦੁਆਰਾ ਹੀ ਇਹ ਸਭ ਕੁਝ ਹੋਇਆ ਹੈ। ਮੈਂ ਤਾਂ ਦਾਸਾਂ ਦਾ ਦਾਸ ਬਣ ਕੇ ਸਤਿਗੁਰ ਜੀ ਦਾ ਲੱਖ ਲੱਖ ਧੰਨਵਾਦ ਕਰਦਾ ਹਾਂ। ਆਪ ਜੀ ਤੋਂ ਹਮੇਸ਼ਾ ਲਈ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ ਦੀ ਬੇਨਤੀ ਕਰਦਾ ਹਾਂ। ਮੇਰੀ ਗਾਥਾ ਨੂੰ ਸੁਣ ਕੇ ਸੰਗਤਾਂ ਨੇ ਵੀ ਧੰਨ ਸਤਿਗੁਰੂ ਸੰਗਤਾ ਸਾਹਿਬ ਜੀ, ਧੰਨ ਸਤਿਗੁਰੂ ਭਗਵਾਨ ਦਾਸ ਜੀ ਦਾ ਉਚਾਰਨ ਕੀਤਾ। ਭੋਗ ਪੈਣ ਤੋਂ ਬਾਅਦ ਸਤਿਗੁਰ ਜੀ ਤੋਂ ਆਗਿਆ ਲੈ ਕੇ ਸੁਆਬੀ ਦੀ ਸੰਗਤ ਨਾਲ ਮੈਂ ਵੀ ਸੁਆਬੀ ਵਾਪਸ ਚਲਾ ਗਿਆ। ਸਾਖੀ ਪੂਰੀ ਹੋਈ। ਏਕ ਓੰਕਾਰ ਸਤਿਗੁਰ ਪ੍ਰਸਾਦ। ਤਨ ਤਨ ਸ੍ਰੀ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਸੰਗਤਾ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਨਰੈਣ ਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਸਾਧੂ ਰਾਮ ਸਾਹਿਬ ਸੱਚੇ ਪਾਤਸ਼ਾਹ ਜੀ। ਸਾਖੀ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਇੱਕ ਨਿੰਦਕ ਪੁरुष ਦੀ ਸੁਣਾਈ। ਇੱਕ ਦਿਨ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਆਪਣੀ ਬੈਠਕ ਵਿੱਚ ਪਲੰਗ 'ਤੇ ਬਿਰਾਜਮਾਨ ਸਨ ਅਤੇ ਕੁਝ ਮੁਖੀ ਸੇਵਕ ਵੀ ਉਹਨਾਂ ਕੋਲ ਬੈਠੇ ਹੋਏ ਸਨ। ਸੁਖਮਨੀ ਸਾਹਿਬ ਜੀ ਦੀ 13ਵੀਂ ਅਸ਼ਟਪਦੀ ਲਾਲਾ ਜੀਤਾ ਰਾਮ ਪੜ੍ਹ ਰਹੇ ਸਨ ਅਤੇ ਸਤਿਗੁਰ ਜੀ ਵਿਆਖਿਆ ਕਰਕੇ ਦੱਸ ਰਹੇ ਸਨ। ਅਸ਼ਟਪਦੀ संत के दुखन आरजा कटै, संत के दुखन जमते नहीं छूटै, संत के दुखन सुख सब जाए, संत के दुखन नरक में पाए, संत के दुखन मत होए मलीन, संत के दुखन शोभाते हीन, संत के हते को रखे न कोए, संत के दुखन थान प्रष्ट होए, संत कृपाल कृपा जो करे, नानक संत संग निंदक भी तरै। श्री सतगुरु भगवान दास जी ने दसिया कि संतां दी निंदिया करन नाल मनुख दी उम्र घट जाती है, व्यर्थ हो जाती है। संतां दी निंदिया करन वाले मनुखां नूं जमा तो छुटकारा नहीं मिलता। संतां दी निंदिया करन नाल सारे सुखां दा नाश हो जाता है अते संतां दी निंदिया करन वाला मनुख नरक दा भागी बन जाता है। संतां दे निंदक दी मत मैली हो जाती है, वो कुकर्मा अते विकारां विच फसिया रहिंदा है। अजिहा निंदक पुरुष शोभा अते वडियाई तो वांझिया जाता है। संतां वल्लों अजिहे फिटकारे बंदे नूं कोई रखिया ते सहायता प्राप्त नहीं होंदी। संतां दे निंदक बंदे दा बैठण वाला स्थान भी भ्रष्ट गंदा हो जाता है। हे कृपालु संत, अजिहे बंदे ते कृपा करन, दया करन तां पंजवें नानक जी दे कथन अनुसार ओ निंदक भी संतां दी संगत करके
तर जाता है। जे कृपालु संत अजिहे बंदे ते कृपा करन, दया करन, ਤਾਂ ਪੰਜਵੇਂ ਨਾਨਕ ਜੀ ਦੇ ਕਥਨ ਅਨੁਸਾਰ ਉਹ ਨਿੰਦਕ ਵੀ ਸੰਤਾਂ ਦੀ ਸੰਗਤ ਕਰਕੇ ਤਰ ਜਾਂਦਾ ਹੈ। ਲਾਲਾ ਜੀਤਾ ਰਾਮ ਨੇ ਅਸ਼ਟਪਦੀ ਦੀਆਂ ਅਗਲੀਆਂ ਤੁਕਾਂ ਪੜ੍ਹੀਆਂ। ਸੰਤ ਕੈ ਦੂਖਨ ਤੇ ਮੁਖ ਪਵੈ, ਸੰਤ ਕੈ ਦੂਖਨ ਕਾਗਜਿਉ ਲਵੈ, संत कै दुखन सरप जोन पाए, संत कै दुखन त्रिगद जोन किरमाए, संतन कै दुखन तृष्णा में जलै, संत कै दुखन सबको छलै, संत कै दुखन तेज सब जाए, संत कै दुखन नीच निचाए, संत दोखी का ठाव को नाहे, नानक संत पावै ता ओए भी गत पाए। श्री सतगुरु भगवान दास जी ने दसिया कि पंजवें पातशाह गुरु अर्जन देव जी फरमाउंदे हन कि संतां दे दोखियां निंदकां दे चेहरे भ्रष्ट हो जाते हैं ਅਤੇ ਸੰਤਾਂ ਦੇ ਨਿੰਦਕ ਕਾਵਾਂ ਦੀ ਤਰ੍ਹਾਂ ਕਾਂ ਹੀ ਕਰਦੇ ਰਹਿੰਦੇ ਹਨ। ਭਾਵ ਇਹ ਹੈ ਕਿ ਉਹ ਸਭ ਕੁਝ ਫਜ਼ੂਲ ਹੀ ਕਰਦੇ ਰਹਿੰਦੇ ਹਨ, ਫਜ਼ੂਲ ਹੀ ਕਰਦੇ ਹਨ। ਭਾਵ ਇਹ ਹੈ ਕਿ ਉਹ ਸਭ ਕੁਝ ਫਜ਼ੂਲ ਹੀ ਕਰਦੇ ਤੇ ਕਹਿੰਦੇ ਜਾਪਦੇ ਹਨ, ਫਜ਼ੂਲ ਹੀ ਕਰਦੇ ਤੇ ਕਹਿੰਦੇ ਜਾਪਦੇ ਹਨ। ਸੰਤ ਦਾ ਨਿੰਦਕ ਸਰਬ ਦੀ ਜੂਨ ਵਿੱਚ ਪੈਂਦਾ ਹੈ। ਸੰਤਾਂ ਦਾ ਨਿੰਦਕ ਕਿਰਮਾਂ ਤੇ ਕੀੜਿਆਂ ਜਿਹੀਆਂ ਨੀਵੀਆਂ ਜੂਨਾਂ ਵਿੱਚ ਪੈਂਦਾ ਹੈ। ਸੰਤ ਦਾ ਨਿੰਦਕ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਅਤੇ ਅਜਿਹੇ ਸੰਤਾਂ ਦੀ ਨਿੰਦਿਆ ਕਰਨ ਵਾਲਾ ਬੰਦਾ ਸਭ ਨੂੰ ਧੋਖਾ ਦਿੰਦਾ ਹੈ। ਸੰਤਾਂ ਦੀ ਨਿੰਦਿਆ ਕਰਨ ਵਾਲਾ ਨਿੰਦਕ ਦਾ ਸਾਰਾ ਤੇਜ ਨਸ਼ਟ ਹੋ ਜਾਂਦਾ ਹੈ। ਉਹ ਮਹਾ ਨੀਚ ਬਣ ਜਾਂਦਾ ਹੈ। ਸੰਤਾਂ ਦੇ ਦੋਖੀ ਨੂੰ ਕੋਈ ਥਾਂ ਆਸਰਾ ਨਹੀਂ ਦਿੰਦੀ। ਪਰ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਜੇ ਸੰਤ ਚਾਹੁਣ ਤੇ ਉਹ ਨਿੰਦਕ ਵੀ ਸਦਗਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਜੇ ਸੰਤ ਚਾਹੁਣ ਤੇ ਉਹ ਨਿੰਦਕ ਵੀ ਸਦਗਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਲਾਲਾ ਜੀਤਾ ਰਾਮ ਨੇ ਇਸੇ ਅਸ਼ਟਪਦੀ ਦਾ ਤੀਜਾ ਪਦ ਭਾਗ ਪੜ੍ਹਿਆ। संत का निंदक महा अतताई, संत का निंदक खिन टिकन न पाई, संत का निंदक माहत्यारा, संत का निंदक परमेश्वर मारा, संत का निंदक राज ते हीन, संत का निंदक दुखिया अर दीन, संत के निंदक को सर्व रोग, संत के निंदक को सदा बिजोग, संत की निंदा दोख में दोख, नानक संत पावै ता उसका भी होए मोख। सतगुरां दसिया कि श्री गुरु अर्जन देव जी फरमाउंदे हन कि संतां दा निंदक हमेशा ही अत चुकी रखदा है, अर्थात ਜ਼ੁਲਮ ਕਰਦਾ ਹੈ ਅਤੇ ਉਹ ਇੱਕ ਪਲ ਵੀ ਕਿਤੇ ਟਿਕ ਨਹੀਂ ਸਕਦਾ। ਸੰਤਾਂ ਦਾ ਨਿੰਦਕ ਮਹਾ ਹਥਿਆਰਾ ਹੁੰਦਾ ਹੈ। ਸੰਤਾਂ ਦੇ ਨਿੰਦਕ ਨੂੰ ਪਰਮੇਸ਼ਰ ਦੀ ਮਾਰ ਪੈਂਦੀ ਹੈ। ਉਹ ਰਾਜ ਦੀ ਤਾਕਤ ਤੋਂ ਵਾਂਝਿਆ ਜਾਂਦਾ ਹੈ। ਸੰਤਾਂ ਦੀ ਨਿੰਦਾ
ਨਿੰਦਿਆ ਕਰਨ ਦੇ ਕਾਰਨ ਉਹ ਸਦਾ ਦੁਖੀ ਅਤੇ ਆਤਰ ਰਹਿੰਦਾ ਹੈ। ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਆ ਘੇਰਦੇ ਹਨ। ਸੰਤਾਂ ਦੇ ਨਿੰਦਕ ਨੂੰ ਸਦਾ ਲਈ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਸਹਿਣਾ ਪੈਂਦਾ ਹੈ। ਸੰਤਾਂ ਦੀ ਨਿੰਦਿਆ ਵੱਡੀ ਤੋਂ ਵੱਡੀ ਬੁਰਾਈ ਹੈ। ਪੰਜਵੇਂ ਨਾਨਕ ਜੀ ਫਰਮਾਉਂਦੇ ਹਨ, ਜੇ ਸੰਤ ਚਾਹੁਣ ਤਾਂ ਉਹ ਆਪਣੀ ਮਿਹਰ ਸਦਕਾ ਉਸ ਨਿੰਦਕ ਦੀ ਮੁਕਤੀ ਵੀ ਕਰ ਸਕਦੇ ਹਨ। ਸੰਤ ਚਾਹੁਣ ਤਾਂ ਉਹ ਆਪਣੀ ਮਿਹਰ ਦਾ ਸਦਕਾ ਉਸ ਨਿੰਦਕ ਦੀ ਮੁਕਤੀ ਵੀ ਕਰ ਸਕਦੇ ਹਨ। ਇਸ ਪਦ ਦੀ ਕਥਾ ਤੋਂ ਬਾਅਦ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦੇ ਵੇਲੇ ਦੀ ਸਾਖੀ ਸੁਣਾਈ, ਜੋ ਇਸ ਪ੍ਰਕਾਰ ਹੈ। ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਤੇ ਉਹਨਾਂ ਦੇ ਭਰਾਤਾ ਭਾਈ ਮਨਾ ਸਿੰਘ ਹਜ਼ਰੋਂ ਵਿੱਚ ਹੱਟੀ ਕਰਦੇ ਸਨ ਅਤੇ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਵੀ ਆਪਣੇ ਭਰਾਤਾ ਕੋਲ ਦੁਕਾਨ 'ਤੇ ਜਾ ਬੈਠਦੇ ਸਨ। ਸ਼ਾਮ ਨੂੰ ਹੱਟੀ ਬੰਦ ਕਰਕੇ ਦੋਵੇਂ ਭਰਾਤਾ ਇਕੱਠੇ ਹੀ ਨਿਤਨੇਮ ਕਰਨ ਜਾਂਦੇ ਸਨ। ਇਹ ਵੇਖ ਕੇ ਕੁਝ ਨਿੰਦਕ ਪੁਰਸ਼ ਆਪਸ ਵਿੱਚ ਗੱਲਾਂ ਕਰਿਆ ਕਰਦੇ ਸਨ ਅਤੇ ਕਹਿੰਦੇ ਸਨ, ਵੇਖੋ ਭਾਈ ਕੈਸਾ ਸਮਾਂ ਆ ਗਿਆ ਹੈ, ਅਰੋੜੇ ਵੀ ਗੁਰੂ ਬਣੇ ਬੈਠੇ ਹਨ। ਇੱਕ ਨਿੰਦਕ ਪੁਰਸ਼ ਰੋਜ਼ ਹੀ ਇਹੋ ਜਿਹੇ ਬੋਲ ਸਤਿਗੁਰਾਂ ਦੇ ਸਾਹਮਣੇ ਖਲੋ ਕੇ ਬੋਲਿਆ ਕਰੇ। ਇੱਕ ਦਿਨ ਭਾਈ ਮਨਾ ਸਿੰਘ ਨੂੰ ਬਹੁਤ ਕ੍ਰੋਧ ਆਇਆ। ਉਸਨੇ ਵੱਡੇ ਭਰਾਤਾ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਤੋਂ ਆਗਿਆ ਮੰਗੀ, ਸਤਿਗੁਰ ਜੀ ਜੇ ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਇਸ ਪਾਪੀ ਨਿੰਦਕ ਦੀ ਚੰਗੀ ਤਰ੍ਹਾਂ ਨਾਲ ਭੁਗਤ ਸਵਾਰ ਦਿਆਂ। ਇਸ ਦੇ ਮਨ ਵਿੱਚ ਜੋ ਕੁਝ ਆਉਂਦਾ ਹੈ ਬੋਲਦਾ ਰਹਿੰਦਾ ਹੈ। ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਨੇ ਉੱਤਰ ਦਿੱਤਾ, ਇਹ ਸਾਡੀ ਨਿੰਦਾ ਕਰਦਾ ਹੈ, ਇਹ ਸਾਡੀ ਨਿੰਦਾ ਕਰਦਾ ਹੈ ਨਾ, ਅਤੇ ਤੁਸੀਂ ਇਸ ਦੀ ਨਿੰਦਾ ਕਾਰਨ ਦੁਖੀ ਹੋ। ਕਬੀਰ ਸਾਹਿਬ ਨੇ ਆਪਣੀ ਨਿੰਦਾ ਕਰਨ ਵਾਲੇ ਬਾਰੇ ਜੋ ਲਿਖਿਆ ਹੈ ਉਹ ਸ਼ਬਦ ਪੜ੍ਹਿਆ, ਨਿੰਦੋ ਨਿੰਦੋ मोको लोग निंदो, निंदा जन को खरी प्यारी, निंदा बाप निंदा महतारी रहाओ। निंदा होए तब बैकुंठ जाइए, नाम पदार्थ मन है बसाइए। हृदय सुध जो निंदा होए, हमरे कपरे निंदक तोए। निंदा करे सो हमारा मीत, निंदक में हमारा चीत। निंदक सो जो निंदा हो रे, हमरा जीवन निंदक लो रे। निंदा हमरी प्रेम प्यार, निंदा हमरा करे उधार। जन कबीर को निंदा सार, निंदक डूबा हम उतरे पार। फिर श्री सतगुरु बालक सिंह जी ने अपने भराता मना सिंह नूं शांत रहन दी सिक्ख्या दिती। एक बारी यही निंदक पुरुष दुकान दे अंदर आके बह गया ਅਤੇ ਲਗਾ ਨਿੰਦਿਆ ਕਰਨ। ਤਾਂ ਉਸ ਸਮੇਂ ਭਾਈ ਮਨਾ ਸਿੰਘ ਨੂੰ ਬੜਾ ਕ੍ਰੋਧ ਆਇਆ। ਉਹਨਾਂ ਸਤਿਗੁਰਾਂ ਨੂੰ ਬੇਨਤੀ ਕੀਤੀ, ਅੱਜ ਮੈਂ ਇਸ ਨੂੰ ਨਹੀਂ ਛੱਡਣਾ। ਸਤਿਗੁਰਾਂ
ਆਪਣੇ ਭਰਾਤਾ ਮਨਾ ਸਿੰਘ ਨੂੰ ਸਮਝਾਇਆ, ਇਸ ਨੂੰ ਮਾਰਨ ਦੀ ਕੋਈ ਲੋੜ ਨਹੀਂ ਹੈ। ਇਸ ਵਿੱਚ ਤਾਂ ਅਕਲ ਤੇ ਸਮਝ ਰੱਤੀ ਭਰ ਵੀ ਨਹੀਂ ਹੈ, ਇਹ ਤਾਂ ਪਾਗਲ ਹੈ। ਭਾਈ ਮਨਾ ਸਿੰਘ ਨੇ ਸਤਿਗੁਰਾਂ ਦੇ ਇਹ ਬਚਨ ਸੁਣ ਕੇ ਉਸ ਨਿੰਦਕ ਪੁਰਸ਼ ਨੂੰ ਬਾਹੋਂ ਫੜ ਕੇ ਖਿੱਚਿਆ ਤਾਂ ਇਉਂ ਲੱਗਿਆ ਜੋ ਇਸ ਅੰਦਰ ਤਾਂ ਕੋਈ ਤਾਕਤ ਹੀ ਨਹੀਂ ਹੈ। ਉਸ ਨੂੰ ਭਾਈ ਮਨਾ ਸਿੰਘ ਨੇ ਬੜੀ ਆਸਾਨੀ ਨਾਲ ਬਾਹਰ ਕਰ ਦਿੱਤਾ। ਸਤਿਗੁਰਾਂ ਦੇ ਮੂੰਹੋਂ ਸਹਿਜ ਸੁਭਾਏ ਨਿਕਲਿਆ ਬਚਨ, ਇਹ ਪਾਗਲ ਹੈ, ਇਸ ਨੂੰ ਮੂੰਹ ਨਾ ਲਾਓ, ਸੱਚਾ ਸਾਬਤ ਹੋਇਆ। ਕਿਉਂਕਿ ਬਾਹਰ ਨਿਕਲਣ ਤੋਂ ਬਾਅਦ ਉਹ ਨਿੰਦਕ ਠੀਕ ਤਰ੍ਹਾਂ ਨਹੀਂ ਸੀ ਚੱਲ ਸਕਦਾ। ਉਸ ਦੇ ਕਦਮ ਥਿਰਕਣ ਲੱਗ ਪਏ ਸਨ। ਉਸ ਦੀ ਮੱਤ ਮਾਰੀ ਗਈ। ਉਸ ਆਪਣੇ ਕੱਪੜੇ ਫਾੜਨੇ ਸ਼ੁਰੂ ਕਰ ਦਿੱਤੇ। ਰਾਹ ਚਲਦਿਆਂ ਵਾਵੇਲੀਆਂ ਮਾਰਦਾ ਜਾਏ। ਜਦ ਘਰ ਪਹੁੰਚਿਆ ਤਾਂ ਪਾਣੀ ਦੇ ਭਰੇ ਮਟਕੇ ਤੋੜ ਦਿੱਤੇ, ਭਾਂਡੇ ਚੁੱਕ ਕੇ ਬਾਹਰ ਸੁੱਟ ਦਿੱਤੇ ਅਤੇ ਘਰ ਵਾਲਿਆਂ ਨੂੰ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ। ਪਰਿਵਾਰ ਵਾਲਿਆਂ ਨੇ ਸਮਝਿਆ ਕਿ ਇਹ ਪਾਗਲ ਹੋ ਗਿਆ ਹੈ ਅਤੇ ਰੌਲਾ ਪਾ ਦਿੱਤਾ। ਗੁਆਂਢੀਆਂ ਨੇ ਆ ਕੇ ਤੱਕਿਆ ਤਾਂ ਉਹਨਾਂ ਨੇ ਵੀ ਕਿਹਾ ਇਹ ਪਾਗਲ ਹੋ ਗਿਆ ਹੈ। ਫਿਰ ਉਸ ਨੂੰ ਪਕੜ ਕੇ ਮੰਜੀ ਨਾਲ ਬੰਨ੍ਹ ਦਿੱਤਾ। ਇਸੇ ਤਰ੍ਹਾਂ ਬਣਿਆ ਕਈ ਦਿਨ ਲੰਘ ਗਏ। ਮੰਜੇ 'ਤੇ ਹੀ ਘਰ ਵਾਲੀ ਰੋਟੀ ਦੀਆਂ ਗਰਾਈਆਂ ਇਸ ਦੇ ਮੂੰਹ ਵਿੱਚ ਪਾਏ ਤਾਂ ਇਹ ਬੋਲ ਕਬੋਲ ਉਸ ਨੂੰ ਬੋਲੇ। ਫਿਰ ਘਰ ਵਾਲਿਆਂ ਨੂੰ ਇਹ ਪਤਾ ਲੱਗਾ ਕਿ ਇਹ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦੀ ਨਿੰਦਿਆ ਕਰਦਾ ਰਿਹਾ ਹੈ। ਫਿਰ ਘਰ ਵਾਲਿਆਂ ਨੂੰ ਪਤਾ ਲੱਗਾ ਕਿ ਇਹ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦੀ ਨਿੰਦਿਆ ਕਰਦਾ ਰਿਹਾ ਹੈ ਅਤੇ ਇਹ ਵੀ ਪਤਾ ਲੱਗਾ ਕਿ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਨਾ ਸਿੰਘ ਨੇ ਇਸ ਨੂੰ ਬਾਹੋਂ ਫੜ ਕੇ ਹੱਟੀਓਂ ਬਾਹਰ ਕੱਢਿਆ ਸੀ। ਉਸ ਵਕਤ ਸਤਿਗੁਰਾਂ ਨੇ ਭਾਈ ਮਨਾ ਸਿੰਘ ਨੂੰ ਕਿਹਾ ਸੀ ਕਿ ਪਾਗਲ ਨੂੰ ਮੂੰਹ ਨਹੀਂ ਲਾਈਦਾ ਤੇ ਇਹ ਉਹਨਾਂ ਦੇ ਬਚਨਾਂ ਕਰਕੇ ਹੀ ਪਾਗਲ ਹੋ ਗਿਆ ਹੈ। ਇਸ ਨੂੰ ਠੀਕ ਵੀ ਹੁਣ ਉਹੀ ਕਰ ਸਕਦੇ ਹਨ ਜੋ ਵੀ ਆਉਂਦਾ ਇਹੀ ਆਖਦਾ ਜੋ ਇਸ ਨੂੰ ਗੁਰਾਂ ਦੀ ਨਿੰਦਿਆ ਕਰਨ ਦਾ ਦੰਡ ਮਿਲਿਆ ਹੈ। ਘਰ ਵਾਲੇ ਚਾਹੁੰਦੇ ਸਨ ਕਿ ਸਤਿਗੁਰਾਂ ਕੋਲ ਜਾ ਕੇ ਬੇਨਤੀ ਕੀਤੀ ਜਾਏ ਤਾਂ ਜੋ ਇਹ ਠੀਕ ਹੋ ਜਾਏ, ਪਰ ਸ਼ਰਮ ਦੇ ਮਾਰੇ ਸਤਿਗੁਰਾਂ ਪਾਸ ਨਹੀਂ ਜਾ ਸਕੇ। ਇੱਕ ਦਿਨ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਨੇ ਹੱਟੀ 'ਤੇ ਬੈਠਿਆਂ ਹੋਇਆਂ ਇਸ ਨਿੰਦਕ ਪੁਰਸ਼ ਨੂੰ ਯਾਦ ਕੀਤਾ। ਉਹਨਾਂ ਫਰਮਾਇਆ, ਕਈ ਦਿਨਾਂ ਤੋਂ ਉਹ ਸਾਡੇ ਕੱਪੜੇ ਧੋਣ ਨਹੀਂ ਆਇਆ। ਤਾਂ ਪਾਸ ਖੜੇ ਗੁਰਸਿੱਖ ਨੇ ਸਤਿਗੁਰਾਂ ਨੂੰ ਦੱਸਿਆ ਉਹ ਤਾਂ ਪਾਗਲ ਹੋ ਗਿਆ ਹੈ, ਕਿਉਂਕਿ ਆਪ ਜੀ ਨੇ ਹੀ ਬਚਨ ਕੀਤਾ ਸੀ ਜੋ ਪਾਗਲਾਂ ਦੇ ਮੂੰਹ ਨਹੀਂ ਲਾਈਦਾ, ਪਾਗਲਾਂ ਨੂੰ ਮੂੰਹ ਨਹੀਂ ਲਾਈਦਾ। ਤਦੋਂ ਤੋਂ ਹੀ ਉਹ ਪਾਗਲ ਹੋ ਗਿਆ ਹੈ। ਘਰ ਵਾਲਿਆਂ ਨੇ ਉਸ ਨੂੰ ਰੱਸੀ ਨਾਲ ਮੰਜੀ 'ਤੇ ਬੰਨ੍ਹ ਰੱਖਿਆ ਹੋਇਆ ਹੈ। ਉਹਨਾਂ ਦੇ ਸੰਬੰਧੀ ਆਖ ਰਹੇ ਸਨ ਜੋ ਇਸ ਨੂੰ ਸਤਿਗੁਰਾਂ ਦੇ ਦੁਆਰੇ 'ਤੇ ਲੈ ਚੱਲੋ, ਖਿਮਾ ਯਾਚਨਾ ਕਰੋ, ਇਹ ਠੀਕ ਹੋ ਜਾਏਗਾ। ਪਰ ਉਸ ਦੇ ਘਰ ਵਾਲੇ ਡਰਦੇ ਹਨ ਕਿ ਕਿਤੇ ਤੁਸੀਂ ਹੋਰ ਕੋਈ ਅਨੋਖਾ ਬਚਨ ਨਾ ਕਰ ਦਿਓ। ਇਹ ਸੁਣ ਕੇ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ
ਦੁਕਾਨ ਬੰਦ ਕਰਕੇ ਕੁਝ ਸਿੱਖਾਂ ਸਹਿਤ ਉਸ ਨਿੰਦਕ ਦੇ ਘਰ ਵੱਲ ਤੁਰ ਪਏ। ਜਦ ਉੱਥੇ ਅਪੜੇ ਤਾਂ ਆਪ ਨੇ ਦੇਖਿਆ ਜੋ ਉਹ ਨਿੰਦਕ ਰੱਸੀਆਂ ਨਾਲ ਮੰਜੀ 'ਤੇ ਬੰਨ੍ਹਿਆ ਪਿਆ ਹੈ। ਘਰ ਵਾਲਿਆਂ ਨੇ ਚਰਨ ਪਰਸ ਕੇ ਸਤਿਗੁਰਾਂ ਨੂੰ ਆਦਰ ਸਹਿਤ ਮੰਜੀ 'ਤੇ ਬਿਠਾਇਆ ਅਤੇ ਬੇਨਤੀ ਕੀਤੀ, ਸਾਹਿਬ ਜੀਓ, ਬੰਦਾ ਤਾਂ ਭੁੱਲਣਹਾਰ ਹੁੰਦਾ ਹੈ ਅਤੇ ਸਤਿਗੁਰੂ ਬਖਸ਼ਣਹਾਰ। ਹੁਣ ਕਿਰਪਾ ਕਰੋ, ਇਸ ਦੇ ਔਗਣ ਬਖਸ਼ ਦਿਓ ਜੀ। ਜਦ ਉਸ ਨਿੰਦਕ ਪੁਰਸ਼ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਤਾਂ ਉਸ ਨੂੰ ਹੋਸ਼ ਆ ਗਈ ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮੈਨੂੰ ਬਖਸ਼ੋ ਜੀ, ਮੈਂ ਆਪ ਨੂੰ ਸਿਆਣ ਲਿਆ ਹੈ। ਤਾਂ ਉਸਨੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮੈਨੂੰ ਬਖਸ਼ੋ ਜੀ, ਮੈਂ ਆਪ ਨੂੰ ਸਿਆਣ ਲਿਆ ਹੈ। ਸਤਿਗੁਰਾਂ ਨੇ ਉਸ ਦੇ ਬੰਧਨ ਖੁਲਵਾ ਦਿੱਤੇ। ਉਹ ਪੁਰਸ਼ ਉੱਠ ਕੇ ਸਤਿਗੁਰਾਂ ਦੇ ਚਰਨਾਂ 'ਤੇ ਆ ਡਿੱਗਾ ਅਤੇ ਖਿਮਾ ਯਾਚਨਾ ਦੀ ਮੰਗ ਕੀਤੀ। ਸਤਿਗੁਰਾਂ ਬਚਨ ਕੀਤਾ, ਤੂੰ ਰੋਜ਼ ਸਵੇਰੇ ਦਹੀਂ ਅਤੇ ਤੇਲ ਮਿਲਾ ਕੇ 15 ਦਿਨ ਇਸ਼ਨਾਨ ਕਰੀ। ਸਤਿਗੁਰਾਂ ਬਚਨ ਕੀਤਾ, ਤੂੰ ਰੋਜ਼ ਸਵੇਰੇ ਦਹੀਂ ਅਤੇ ਤੇਲ ਮਿਲਾ ਕੇ 15 ਦਿਨ ਇਸ਼ਨਾਨ ਕਰੀ। ਦੂਜੇ ਦਿਨ ਸਵੇਰੇ ਉਸ ਦੇ ਘਰ ਵਾਲੇ ਉਸ ਨੂੰ ਸਤਿਗੁਰਾਂ ਦੇ ਡੇਰੇ 'ਤੇ ਲੈ ਆਏ। ਇਸ ਨੇ ਆ ਕੇ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਇੱਕ ਵਾਰ ਫਿਰ ਖਿਮਾ ਯਾਚਨਾ ਮੰਗੀ ਤੇ ਬੇਨਤੀ ਕੀਤੀ, ਮੈਂ ਆਪ ਨੂੰ ਪਹਿਲਾਂ ਸਿਆਣ ਨਹੀਂ ਸਾਂ ਸਕਿਆ, ਹੁਣ ਮੈਂ ਸਿਆਣ ਲਿਆ ਹੈ। ਤੁਸੀਂ ਮਹਾਪੁਰਖ ਹੋ ਜੋ ਮੇਰੇ ਜਿਹੇ ਨਿੰਦਕਾਂ ਦੇ ਘਰੀ ਜਾ ਕੇ ਬਖਸ਼ਦੇ ਹੋ। ਫਿਰ ਉਸ ਹੋਰ ਬੇਨਤੀ ਕੀਤੀ, ਮੈਨੂੰ ਵੀ ਆਪਣਾ ਸੇਵਕ ਬਣਾਉਣ ਦੀ ਕਿਰਪਾ ਕਰੋ। ਨਾਮ ਦਾ ਦਾਨ ਦੇ ਕੇ ਮੇਰਾ ਜਨਮ ਸਫਲਾ ਬਣਾਓ ਜੀ। ਮਿਹਰਾਂ ਦੇ ਸਾਈਂ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਨੇ ਰਹਿਣੀਆਂ ਦੱਸ ਕੇ ਉਪਦੇਸ਼ ਦੇ ਕੇ ਉਸ ਨੂੰ ਨਾਮਦਾਨ ਦਿੱਤਾ। ਉਹ ਰੋਜ਼ ਸਵੇਰੇ ਸਤਿਗੁਰਾਂ ਦੇ ਦੁਆਰੇ 'ਤੇ ਆ ਕੇ ਸਿਮਰਨ ਕਰਨ ਲੱਗਾ। ਇਹ ਸਾਖੀ ਸੁਣਾਉਣ ਤੋਂ ਬਾਅਦ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ 13ਵੀਂ ਅਸ਼ਟਪਦੀ ਦੇ ਬਾਕੀ 5 ਪਦਾਂ ਦੀ ਕਥਾ ਕਰਕੇ ਹਾਜ਼ਰ ਸੰਗਤਾਂ ਨੂੰ ਨਿੰਦਿਆ ਬਖੀਲੀ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਅਤੇ ਨਾਮ ਸਿਮਰਨ ਦੇ ਰਾਹ 'ਤੇ ਸਦਾ ਚੱਲਣ ਲਈ ਕਿਹਾ। ਸਤਿਗੁਰਾਂ ਨੇ ਬਚਨ ਕੀਤਾ, ਤੂੰ ਰੋਜ਼ ਸਵੇਰੇ ਦਹੀਂ ਅਤੇ ਤੇਲ ਮਿਲਾ ਕੇ 15 ਦਿਨ ਇਸ਼ਨਾਨ ਕਰੀ। ਦੂਜੇ ਦਿਨ ਸਵੇਰੇ ਉਸ ਦੇ ਘਰ ਵਾਲੇ ਉਸ ਨੂੰ ਸਤਿਗੁਰਾਂ ਦੇ ਡੇਰੇ 'ਤੇ ਲੈ ਆਏ। ਇਸ ਨੇ ਆ ਕੇ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਇੱਕ ਵਾਰ ਫਿਰ ਖਿਮਾ ਯਾਚਨਾ ਮੰਗੀ ਅਤੇ ਬੇਨਤੀ ਕੀਤੀ, ਮੈਂ ਆਪ ਜੀ ਨੂੰ ਪਹਿਲਾਂ ਸਿਆਣ ਨਹੀਂ ਸਾਂ ਸਕਿਆ, ਹੁਣ ਮੈਂ ਸਿਆਣ ਲਿਆ ਹੈ। ਤੁਸੀਂ ਮਹਾਪੁਰਖ ਹੋ ਜੋ ਮੇਰੇ ਜਿਹੇ ਨਿੰਦਕਾਂ ਦੇ ਘਰੀ ਜਾ ਕੇ ਬਖਸ਼ਦੇ ਹੋ। ਫਿਰ ਉਸ ਹੋਰ ਬੇਨਤੀ ਕੀਤੀ, ਮੈਨੂੰ ਵੀ ਆਪਣਾ ਸੇਵਕ ਬਣਾਉਣ ਦੀ ਕਿਰਪਾ ਕਰੋ। ਨਾਮ ਦਾ ਦਾਨ ਦੇ ਕੇ ਮੇਰਾ ਜਨਮ ਸਫਲ ਬਣਾਓ ਜੀ। ਮਿਹਰਾਂ ਦੇ ਸਾਈਂ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਨੇ ਰਹਿਣੀਆਂ ਦੱਸ ਕੇ ਉਪਦੇਸ਼ ਦੇ ਕੇ ਉਸ ਨੂੰ ਨਾਮਦਾਨ ਦਿੱਤਾ
ਉਹ ਰੋਜ਼ ਸਵੇਰੇ ਸਤਿਗੁਰਾਂ ਦੇ ਦੁਆਰੇ 'ਤੇ ਆ ਕੇ ਸਿਮਰਨ ਕਰਨ ਲੱਗਾ। ਇਹ ਸਾਖੀ ਸੁਣਾਉਣ ਤੋਂ ਬਾਅਦ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ 13ਵੀਂ ਅਸ਼ਟਪਦੀ ਦੇ ਬਾਕੀ 5 ਪਦਾਂ ਦੀ ਕਥਾ ਕਰਕੇ ਹਾਜ਼ਰ ਸੰਗਤਾਂ ਨੂੰ ਨਿੰਦਿਆ ਬਖੀਲੀ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਅਤੇ ਨਾਮ ਸਿਮਰਨ ਦੇ ਰਾਹ 'ਤੇ ਸਦਾ ਚੱਲਣ ਲਈ ਕਿਹਾ। ਸਾਖੀ ਪੂਰੀ ਹੋਈ। राम गली मरनाती जाना एक ओंकार सतगुर प्रसाद आनंद पिया मेरी माए सतगुरु मैं पाए सतगुर ता पाया जैसी मनवटिया वादानिया जागरतन परवार परिया सर्वद गावन आई सब दोस्त गावो हरि तेरा मन जिनी वसाया गए नानक आनंदो सतगुरु मैं पाया ये मन मेरे तू सदा रो हर नाल रो तू मन मेरे दुख सब विसारना अंगीकारो करे तेरा कारज सब सवारना समनागला समरथ स्वामी सोचो मनो विसारे गए नानक मन मेरे सदा रो हर नाले साचे साहेबा क्या नहीं करते करता तेरा सब कुछ जिते सो पावे सदा सिफत सदा तेरी नाम मन बसावे नाम जिनके मन बसिया वाले सब कनेरे गए नानक सच्चे साहेब क्या नहीं करते साचा नाम मेरा आधार सच नाम आधार मेरा दिन भूखा सब गवार कर शांत सुख मन आए वसिया दिन इच्छा सब पूजा सदा कुर्बान किता गुर मिटो जिसकी बटियाइया कहे नानक सुनो संतो तब तरो पिया साचा नाम मेरा आधारो वाजे पंच शब्द घर सुभागे सबठवा कर राजित कर तारिया पानी दूर तुद वक्त गीत काल कंटक मारिया तुर करम पाया तो जन को से नाम हर के लागे कहे नानक तै सुख वाजित कर अनंत नौवन भागियो सगल मनोरथ पूरे पार ब्रह्म पाया उतरे सगल वसूरे दुख रोग संताप उतरे सुनी सच्ची बाणी संत साजन पहे सर से पूरे गुरते जान सुनते पुनि कहते पवे सतगुर रया भरपूर बिनवंत नाने गुर चरण लागे वाजे अने तुरे सलो पवन गुरु पाणी माता दर्द मार नाम दे आया गए मस्कट काल नानक मुख उजले के छोटे नाल तुद आगे अरदास हमारी जियो पिंड सब तेरा प्यारिया नानक सब तेरी वडियाई कोई नाम न जाने मेरा सतगुरु नानक सब तेरी वडियाई कोई नाम न जाने मेरा सतगुरु कहो नानक सब तेरी वडियाई कोई नाम न जाने मेरा सतगुरु एक ओंकार सतगुर प्रसाद अरदास तुझे आगे अरदास हमारी
जियो पिंड सब तेरा कोह नानक सब तेरी वडियाई कोई नाम न जाने मेरा आद निरंकार जी सिमर कै गुरु नानक ले ध्याए फिरंगट टे गुरु अमरदास रामदास ते होए सहाय अर्जन हर गोविंद नो सिमरो तिरी हर राय श्री हर कृष्ण ते आइए जे डिठे तब दुख जाए एक बात सिमरिया कारण निध आवे ताए सब थाई होना ताए। 10वें पातशाह श्री गुरु गोबिंद सिंह जी महाराज सब थाई होना ताए। धन धन साहब श्री गुरु ग्रंथ साहब जी आप जी की महिमा कही न जाए। धन धन सतगुरु बालक सिंह साहब जी जा धंधा मार्ग दिया बताए। धन धन सतगुरु संगता साहब जियो सतगुरु राम सिंह साहब जी का नाम दिया वर्ताए। धन धन सतगुरु नारायण दास साहब जी जिन जम तो लिया चढ़ाए। धन धन सतगुरु साधु राम साहब जी जिन चरनी लिया लगाए। धन धन सतगुरु भगवान दास साहब जी जो अंते हुए सहाय। धन धन सतगुरु सेवा राम साहब जी जो अंग संग हुए सहाय। अंतरजामी सतगुरु जो आसरा हजूरो जारा जुहरो सर्व कला का पूर्ण पातशाह दियो। इस वक्त आप बख्शे के रहमत कार्यो अमृत तो लैके होण तक अपने सोहने दरबार सजा के सरबत साध संगत नूं दर्शन दे के निहाल कार्यो। आप जी दा कोटंग धन्यवाद है। आप जी दे भाणे अंदर 4 पैर हाथ सुख और शांता प्रीत हुई है। आप जी दे भाणे अंदर 4 पैर दिन आया है। आप जी नूं भावे सुख और शांति गुजारनी बख्शिश करनी रहमत करनी कृपा करनी दर्श करनी दया करनी नानक नजरी नदर निहाल करनी। अति कलयुग जीवा खिन खिन बोलने हारा रोम रोम गुनागारा ना भुल्ली ना भुलावी ना विसरी ना वितारी। ओ काम करवाने जो आप जी नूं भावन ओ काम ना कवाने जो आप तो बेमुख होण। अंतरजामी सतगुरु जीओ आप जी ने बख्शिश रहमत कृपा की है। हो मूर्ख कारे लाहिया नानक हर कमे पातशाह जीओ अमृत तो लैके हुण तक आप जी दे सोहणे सठ दरबार अंदर दीवान सजे हन। सजे दीवान पातशाह जीओ जप प्रयोग नूं मुख रखते हुए नितनेम वरनी साहब जी होए हन। तारिया जहान लिया विमान जिन्नी दर्शन पाया जिन्नी तुनू धन किया तिन मनेड़ न आया। गुरदेवतां दे पाठ होए हन। सुखमनी साहब जी दे पाठ होए हन। धन धन सतगुरु भगवान दास साहब जीओ आप दा जीवन चरित गुर इतिहास होया है। एक श्री प्रेम पाठ साहब की समाप्ति हुई है। 15 सहज पाठां की समाप्ति हुई है। आनंद साहब 6 पौड़ियां दे पाठ होए हन। बाणी पढ़दियां होया नाम जपदियां होया बाणी सुनदियां होया बच्चियां सेवकां पासों अनेकां प्रकार दियां गलतियां ते बेटियां होणगियां। अनजान बच्चे समझ के माफ करना अगों तो समात बखनी शुद्ध बाणी पढ़न दी बल उद्यम उत्साह ते प्यार बखना आई हुई सबत सातंग दे कार्य रास करने कदम लेखे लावने गाव्या सुनिया थाए पावना साहब जीओ अरदास से बेनती है। आप जी का महान प्रमाण है। सतगुरु आयो संतोहारी मिले सुख ना मर शोभा चिंता लाए हमारी रहो अवर न सूझे दूजी ठायर आर परो तो द्वारे लेखा छोट अलेखा छूटा हम निर्गुण लियो उबारी। सत बख्शिंद सदा मेरवाना सबना दे आधारी नानक दास संत पातशाह परियो राख लियो बारे। जो मांगे ठाकर अपने ते सोई तो ही देवै। नानक दास मुक्ते जो बोले इया उवा सच होवे। शब्द नूं मुख दे पातशाह जीओ जो माई भाई आप जी दे सोहणे सठ दरबार अंदर अरदासां ते बेनतियां कारियां सरबत साध संगत दियां शुभ मनोकामना पूर्ण करनियां। सरबत साध संगत नूं नाम दान इशनान
ਚਾਰ ਪਦਾਰਥ ਪੁੱਛ ਕੇ ਆਦੀਆਂ ਬਿਆਦੀਆਂ ਉਪਾਧੀ ਤੋਂ ਬਚਾ ਕੇ ਚਰਨਾਂ ਦਾ ਪਿਆਰ ਬਖਣਾ, ਸਾਧ ਸੰਗ ਦੀ ਸੇਵਾ ਬਖਣੀ, ਮਨ ਨੀਵਾ ਮਤ ਉੱਚੀ ਬਖਣੀ, ਮਿਹਰ ਭਰਿਆ ਹੱਥ ਰੱਖਣਾ, ਨਾਮ ਰਿਓ ਸਾਧੂ ਰਿਓ ਰਿਓ ਗੁਰ ਗੋਬਿੰਦ ਕੋਹ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ ਸੰਤ शरण जो जन पर है सो जन उदरने हार संत की निंदा है नानका बोहड़ बोहड़ अवतार सेवा को दोनों भले एक संत एक राम राम जो दाता मुक्त को संत जपावे नाम जन पर उपकारी आए जी दाहन दे भक्ति लाहन हर चो लहन मलाए शबद नू मुख रख दे तान तान सतगुरु भगवान दा चह दियो तान तान सतगुरु सेवा राम चह दियो आप जी दी दासी साढ़े साहब संत माता जी की मिट्टी याद मनाते हैं पातशाह जियो अज 8 तरीक नूं मुख रखदे पातशाह जियो आप परिवार वालों आप जी दे परिवार वालों साहब संत माता की मिट्टी याद मनाते हैं एक सहज पाठ साहब की समाप्ति हुई है अरदास से बेनती है परिवार का प्यार प्रवान करना बख्शिश करनी रहमत करनी मेहर भरे हथ रखना दातार जियो अरदास से बेनती है आप जी का महान प्रमाण है उठे सुखिया बैठे सुखिया भो नहीं लागे जा ऐसे बुझिया राखा एक हमारा स्वामी सगल कटाका अंतर जामी सोए चिंता जाग अचिंता जहाँ कहा तू वर्तनता घर चुक बसिया बात चुक पाया कोह नानक गुरमंत्र दढ़ाया पातशाह जियो परिवार ते सदा वास्ते बख्शिश करनी रहमत करनी कृपा करनी जो आप जी ने साथ संगत दी दात सेवा दी दात बख्शी है अपनी सेवा आप लेनी अपने कारज आप सवारने मेहर भरिया हथ चंगना पातशाह जियो तान तान सतगुरु भगवान दा चह जियो आप जी दी बख्शिश रहमत कृपा हो रही है सबसे उत्तम हर की कथा नाम सुट दर्द दुख लट्ठा शबद नू मुख दे अंमृत वेले आप तो आग्या लैके आप दे सोहने स्वरूप पोती साहब का प्रकाश होया सी आप तो आग्या लैके आप का जीवन गुर इतिहास होया इस वक्त आप तो आग्या लैके पोती साहब की सेवा होएगी सहारा साहब होएगा आग्या ते प्रवानगी बखनी बख्शिश करनी रहमत करनी अते अपने निस्तां ते जान दी कृपालता करनी परिवार नूं अते सर्बत साथ संग नूं सदा वास्ते हर प्रकार दियां खुशियां दी दात बखनी उपरांत कीर्तन दरबार सजणगे आग्या ते प्रवानगी बखनी रागी सिंहां दे कंठ रसीले करने अपनी सेवा आप लेनी अपने कारज आप सवारने आप जी दे भरक जन चो कड़ाह चाह देगा हाजर है आप जी रत्नी लाइक होवे आप जी का तीत प्रचार सबत साथ संगत ते वरते सही सज्जन मिलने जिन्ना मिलिया आप जी का सोहना पवित्र नाम चेतावे श्री गुरु नानक नाम चढ़दी कला तेरे पाने सरबत का भला। बोले सो चरण ताज के तोय तोय पियो अर्थ साधे को अपना जियो साध की तूड़ करो साध ऊपर जाइए कुर्बान साध सेवा बड़ भागी पाए साध संग हरि कीर्तन गाइए अनेक बेगन ते साधु लाखे हर गुण गाय अमृत रस चाखे ओट गए जी संतन दरिया सर्ब सुख नानक ते पाया ओट गए जी सहबान दरिया सर्ब सुख साते गुर संग ते पाया तारिया जान ले आया बेमान जिन दर्शन पाया
ਜਿਨੀ ਤੁਹਾਡੇ ਧਨ ਗਿਆ ਤਿਨ ਜਮ ਨੇੜੇ ਨਾ ਤਾਰਿਆ ਜਾਨ ਲਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਹਾਡੇ ਧਨ ਗਿਆ ਤਿਨ ਜਮ ਨੇੜੇ ਨਾ ਤਾਰਿਆ ਜਾਨ ਲਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਹਾਡੇ ਧਨ ਗਿਆ ਤਿਨ ਜਮ ਨੇੜੇ ਨਾ ਤਾਰਿਆ ਜਾਨ ਲਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਹਾਡੇ ਧਨ ਗਿਆ ਤਿਨ ਜਮ ਨੇੜੇ ਨਾ ਜਿਨੀ ਤੁਹਾਡੇ ਧਨ ਗਿਆ ਤਿਨ ਜਮ ਨੇੜੇ ਜੋੜੀ ਤੈ ਗੁਰ ਦੇਖੜਾ ਤੇ ਨੇ ਲਾਗਾ ਪਾਉ ਜਿਓ ਆਕਾ ਬਿਰਤਾ ਜੀ ਕੀ ਗੁਰ ਸੱਜਣ ਦੇ ਮਿਲਾਏ ਜਿਓ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਕੱਟ ਪਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਨਾਂ ਕੋ ਬਲਿਹਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਨਾਂ ਕੋ ਬਲਿਹਾਰਾ ਬਿਲਾਵਲ महला पंजवा मीत हमारे साजना राखे गोविंद निंदक मृतक होए गए तुम हो न चेंद मीत हमारे साजना राखे गोविंद निंदक मृतक होए गए तुम हो न चेंद राहो सगल मनोरथ प्रभ किए पेट गुरुदेव जय जयकार जगत में सफल जागी सेव ऊंच अपार अगनंत हार सब जी जिते हाट नानक प्रभ तर नागटे जट कट मेरे साठ ऊट अपार अनंत हर सब जी जिते हाट नानक प्रभ तर नागटे जट कट मेरे साठ बोले तो धन श्री गुरु नानक साहेब आप जी दी सदाई जय धन धन सतगुरु पालक सिंह साहेब आप जी दी सदाई जय धन धन सतगुरु संगदास साहेब आप जी दी सदाई जय धन धन सतगुरु नारायण दास साहेब आप जी दी सदाई जय धन धन सतगुरु साधु राम साहेब आप जी दी सदाई जय धन धन सतगुरु भगवान दास साहेब